Morning students, welcome to YouTube channel. So let us discuss elasticity of demand. Elasticity of demand, first of all अपने को इंट्रोडक्शन है। इंट्रोडक्शन ਦੇ ਵਿੱਚ ਕੀ ਹੈ ਵੀ ਜੋ ਆਪਣਾ ਲਾ ਆਫ ਡਿਮਾਂਡ ਦੇ ਵਿੱਚ ਸਾਰਾ ਡਿਸਕਸ ਕੀਤਾ ਹੈ ਪਿਛਲੇ ਚੈਪਟਰ ਦੇ ਵਿੱਚ। ਕਹਿੰਦੇ ਲਾ ਆਫ ਡਿਮਾਂਡ ਟੈਲਸ ਅਬਾਊਟ ਦੀ ਡਾਇਰੈਕਸ਼ਨ ਆਫ ਚੇਂਜ ਇਨ ਡਿਮਾਂਡ। ਲਾ ਆਫ ਡਿਮਾਂਡ ਆਪਾਂ ਨੂੰ ਓਨਲੀ ਡਾਇਰੈਕਸ਼ਨ ਬਾਰੇ ਦੱਸ ਰਿਹਾ, ਡਿਮਾਂਡ ਦੀ ਡਾਇਰੈਕਸ਼ਨ ਕੀ ਹੈ। ਇਟ ਮੀਨਸ ਵੀ ਪ੍ਰਾਈਸ ਦੇ ਵਿੱਚ ਚੇਂਜ ਆਉਣ ਦੇ ਨਾਲ ਆਪਣੇ ਕੋਲ ਡਿਮਾਂਡ ਦੇ ਵਿੱਚ ਕੀ ਚੇਂਜ ਆ ਰਿਹਾ। ਠੀਕ ਹੈ ਵੀ ਓਨਲੀ ਜੋ ਆਪਣੇ ਕੋਲ ਲਾ ਆਫ ਡਿਮਾਂਡ ਹੈ ਓਨਲੀ ਡਾਇਰੈਕਸ਼ਨ ਦੱਸ ਰਿਹਾ ਹੈ। ਸੋ ਇਟ ਇਜ਼ ਨਾਟ, ਇਟ ਡਜ਼ ਨਾਟ ਐਕਸਪਲੇਨ ਹਾਊ ਮਚ ਦੀ ਡਿਮਾਂਡ ਵਿਲ ਚੇਂਜ। ਵੀ ਆਪਾਂ ਇਹਦੇ ਵਿੱਚ ਇਹ ਐਕਸਪਲੇਨ ਨਹੀਂ ਕਰ ਰਹੇ ਵੀ ਡਿਮਾਂਡ ਹੈ ਉਹ ਕਿੰਨੀ ਚੇਂਜ ਹੋ ਰਹੀ ਹੈ। ठीक है, कहें द concept that explain the proportional change in quantity demand of good as a result of change in its own price। सो कहते ਜਿਹੜਾ ਇਹ ਕਨਸੈਪਟ ਹੈ ਆਪਣੇ ਕੋਲ ਇਲਾਸਟਿਸਿਟੀ ਆਫ ਡਿਮਾਂਡ ਦਾ, ਆਪਾਂ ਨੂੰ ਐਕਸਪਲੇਨ ਕੀ ਕਰ ਰਿਹਾ ਹੈ ਵੀ ਜੋ ਪ੍ਰਪੋਰਸ਼ਨਲ ਚੇਂਜ ਕਿੰਨਾ ਕੁ ਆ ਰਿਹਾ ਕੁਆਂਟੀਟੀ ਡਿਮਾਂਡ ਦੇ ਵਿੱਚ। ਅਗਰ ਆਪਣੇ ਕੋਲ ਕਹਿੰਦੇ ਪ੍ਰਾਈਸ ਦੇ ਵਿੱਚ ਕੁਝ ਚੇਂਜ ਆ ਰਿਹਾ ਤਾਂ ਉਹਦੇ ਰਿਜ਼ਲਟ ਦੇ ਨਾਲ ਕੁਆਂਟੀਟੀ ਡਿਮਾਂਡ ਦੇ ਵਿੱਚ ਕਿੰਨਾ ਕੁ ਪ੍ਰਪੋਰਸ਼ਨਲ ਚੇਂਜ ਆ ਰਿਹਾ। ਸੋ ਇਟ ਇਜ਼ ਕਾਲਡ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ। ਜਾਂ ਆਪਾਂ ਸਿੰਪਲੀ ਹੋਰ ਕੀ ਕਹਿ ਸਕਦੇ ਹਾਂ ਵੀ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਰੈਫਰਸ ਟੂ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡ ਆਫ ਕਮੋਡਿਟੀ ਐਜ਼ ਅ ਰਿਜ਼ਲਟ ਆਫ ਗਿਵਨ ਪਰਸੈਂਟੇਜ ਚੇਂਜ ਇਨ ਓਨ ਪ੍ਰਾਈਸ। ਠੀਕ ਹੈ, ਸੋ ਮਤਲਬ ਪਰਸੈਂਟੇਜ ਚੇਂਜ ਇਨ ਓਨ ਪ੍ਰਾਈਸ ਕਮੋਡਿਟੀ ਦੀ ਪ੍ਰਾਈਸ ਦੇ ਵਿੱਚ ਚੇਂਜ ਆਉਣ ਦੇ ਨਾਲ ਜਦੋਂ ਕੁਆਂਟੀਟੀ ਡਿਮਾਂਡ ਦੇ ਵਿੱਚ ਜੋ ਵੀ ਚੇਂਜ ਆ ਜਾਂਦਾ ਹੈ ਉਸ ਦੀ ਰੇਸ਼ੋ ਜਦੋਂ ਆਪਾਂ ਕੱਢਦੇ ਹਾਂ ਤਾਂ ਆਪਣੇ ਕੋਲ ਕੀ ਆ ਜਾਂਦੀ ਹੈ ਪਰਸੈਂਟੇਜ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ। ਸਪੋਜ਼ ਕਰ ਲਓ ਕਹਿੰਦੇ ਸਪੋਜ਼ਿੰਗ ਦੀ ਪ੍ਰਾਈਸ ਆਫ ਐਪਲ ਰਾਈਜ਼ ਬਾਈ 20% ਐਜ਼ ਅ ਰਿਜ਼ਲਟ ਆਫ ਰਾਹੁਲਸ ਡਿਮਾਂਡ ਫॉर ਐਪਲਸ ਕੰਟਰੈਕਟ ਬਾਈ 50%। ਕਹਿੰਦੇ ਸਪੋਜ਼ ਕਰ ਲਓ ਐਪਲਸ ਦੀ ਪ੍ਰਾਈਸ ਹੈ ਪਹਿਲਾਂ ਆਪਣੇ ਕੋਲ 20% ਸੀ, ਪਰ ਇਸ ਦੀ ਪ੍ਰਾਈਸ ਘਟਣ ਦੇ ਨਾਲ ਡਿਮਾਂਡ ਕਿੰਨੀ ਹੋ ਗਈ 50% ਹੋ ਗਈ। ਠੀਕ ਹੈ, ਸੋ ਇਹਦਾ ਮਤਲਬ ਕੀ ਹੈ ਵੀ ਰੋਹਨ ਹੈ ਜਿਹੜਾ ਕਹਿੰਦੇ ਰੋਹਨਸ ਕੰਟਰੈਕਟ ਬਾਈ 10%। It means that Rahul's demand for apples is more elastic। ਇਹਦਾ ਮਤਲਬ ਕੀ ਹੈ ਵੀ ਜੋ ਰਾਹੁਲ ਦੀ ਡਿਮਾਂਡ ਹੈ ਮੋਰ ਇਲਾਸਟਿਕ ਹੈ ਰੋਹਨ ਦੀ ਡਿਮਾਂਡ ਦੇ ਨਾਲ। ਸੋ ਰੋਹਨ ਦੀ ਡਿਮਾਂਡ ਕੀ ਆਪਣੇ ਕੋਲ ਲੈਸ ਇਲਾਸਟਿਕ ਹੈ। ਨੈਕਸਟ ਬੇਟਾ ਇਸ ਦਾ ਮੀਨਿੰਗ ਹੈ। ਮੀਨਿੰਗ ਦੇ ਵਿੱਚ ਆਪਣੇ ਕੋਲ ਕੀ ਹੈ, ਮੀਨਿੰਗ ਹੈ ਉਹਨੂੰ ਕਾਫੀ ਸਾਰੇ ਇਕਨੋਮਿਕਸ ਨੇ ਦਿੱਤਾ ਹੋਇਆ, ਡਾਕਟਰ ਮਾਰਸ਼ਲ ਨੇ ਆਪਣੀ ਬੁੱਕ ਦੇ ਵਿੱਚ ਦਿੱਤਾ ਹੋਇਆ ਹੈ। ਕਈ ਡਾਕਟਰ ਮਾਰਸ਼ਲ ਦੇ ਅਕੋਰਡਿੰਗ ਕੀ ਹੈ ਪ੍ਰਿੰਸੀਪਲਸ ਆਫ ਇਕਨੋਮਿਕਸ ਦੇ ਵਿੱਚ ਕੀ ਹੈ ਇਲਾਸਟਿਸਿਟੀ ਇਜ਼ ਮੇਜ਼ਰ ਆਫ ਰਿਸਪੋਂਸਿਵਨੈਸ ਆਫ ਵਨ ਵੇਰੀਏਬਲ ਟੂ ਚੇਂਜ ਇਨ ਅਦਰ। ਕਹਿੰਦੇ ਇਲਾਸਟਿਸਿਟੀ ਦਾ ਮੀਨਿੰਗ ਕੀ ਹੈ ਵੀ ਅਗਰ ਇੱਕ ਵੇਰੀਏਬਲ ਦੇ ਵਿੱਚ ਚੇਂਜ ਆ ਰਿਹਾ ਤਾਂ ਉਹਦੇ ਨਾਲ ਦੂਸਰੇ ਵੇਰੀਏਬਲ ਦੇ ਵਿੱਚ ਵੀ ਚੇਂਜ ਆ ਰਿਹਾ। ਸੋ ਆਪਣੇ ਕੋਲ ਜੋ ਗੁਡਸ ਦੀ ਡਿਮਾਂਡ ਹੈ ਉਹ ਡਿਪੈਂਡ ਕਿਹਦੇ ਉੱਪਰ ਕਰਦੀ ਹੈ, ਡਿਪੈਂਡ ਅਪੋਨ ਇਟਸ ਪ੍ਰਾਈਸ। ਠੀਕ ਹੈ, ਸੋ ਇਨਕਮ ਆਫ ਕੰਜ਼ਿਊਮਰ ਐਂਡ ਪ੍ਰਾਈਸ ਆਫ ਰਿਲੇਟਡ ਗੁਡਸ, ਹੋਰ ਵੀ ਕਈ ਕੰਪੋਨੈਂਟ ਨੇ ਜਿਨ੍ਹਾਂ ਦੇ ਉੱਪਰ ਡਿਪੈਂਡ ਕਰ ਰਹੀ ਹੈ। ਸੋ ਇਲਾਸਟਿਸਿਟੀ ਆਫ ਡਿਮਾਂਡ ਦੇਅਰਫੋਰ ਇੰਡੀਕੇਟ ਹਾਊ ਮਚ ਕੁਆਂਟੀਟੀ ਡਿਮਾਂਡ ਆਫ ਗੁੱਡ ਵਿਲ ਚੇਂਜ ਵਿਦ ਚੇਂਜ ਇਨ ਓਨ ਪ੍ਰਾਈਸ ਆਫ ਇਨਕਮ ਆਫ ਕੰਜ਼ਿਊਮਰ, ਪ੍ਰਾਈਸ ਆਫ ਰਿਲੇਟਡ ਗੁਡਸ ਐਟਸੈਟਰਾ। ਸੋ ਡੂਲੀ ਦੇ ਅਕੋਰਡਿੰਗ ਇਸ ਦੀ ਜੋ ਡੈਫੀਨੇਸ਼ਨ ਹੈ ਕਹਿੰਦੀ ਇਲਾਸਟਿਸਿਟੀ ਆਫ ਡਿਮਾਂਡ ਮੇਜ਼ਰ ਦੀ ਰਿਸਪੋਂਸਿਵਨੈਸ ਆਫ ਕੁਆਂਟੀਟੀ ਡਿਮਾਂਡ ਆਫ ਗੁੱਡ, ਠੀਕ ਹੈ, ਟੂ ਚੇਂਜ ਇਨ ਇਟਸ ਓਨ ਪ੍ਰਾਈਸ। ਸੋ ਪ੍ਰਾਈਸ ਆਫ ਅਦਰ ਗੁਡਸ ਐਂਡ ਚੇਂਜ ਇਨ ਕੰਜ਼ਿਊਮਰ ਇਨਕਮ। ਜਿਹਦੇ ਅਕੋਰਡਿੰਗ ਆਪਣੇ ਕੋਲ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਹੈ 3 ਟਾਈਪਸ ਦਾ ਹੋ ਜਾਂਦਾ ਹੈ, ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ, ਇਨਕਮ ਇਲਾਸਟਿਸਿਟੀ ਆਫ ਡਿਮਾਂਡ ਐਂਡ ਕ੍ਰੋਸ ਇਲਾਸਟਿਸਿਟੀ ਆਫ ਡਿਮਾਂਡ। ਫਸਟ ਆਫ ਆਲ ਆਪਣੇ ਕੋਲ ਕੀ ਹੈ ਵਟ ਇਜ਼ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ। ਹੁਣ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਆਪਾਂ ਨੂੰ ਕੀ ਰੈਫਰ ਕਰ ਰਹੇ ਹੈ ਕਹਿੰਦੇ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਇਜ਼ ਦੀ ਰੇਸ਼ੋ ਆਫ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡ of commodity to the percentage change in its own price। ਸੋ ਇਹ ਆਪਾਂ ਨੂੰ ਕੀ ਰੈਫਰ ਕਰ ਰਹੇ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਰੇਸ਼ੋ ਰੈਫਰ ਕਰ ਰਹੇ ਕਿਹਦੇ ਵਿੱਚ ਪਰਸੈਂਟੇਜ ਚੇਂਜ ਹੈ। ਠੀਕ ਹੈ, ਪਰਸੈਂਟੇਜ ਚੇਂਜ ਇਨ ਪ੍ਰਾਈਸ ਔਰ ਪਰਸੈਂਟੇਜ ਚੇਂਜ ਇਨ ਕੁਆਂਟਿਟੀ ਦੇ ਵਿੱਚ। ਓਕੇ, ਦੇਖੋ ਰਾਜੇ ਇਹ ਇਸ ਦਾ ਜੋ ਫਾਰਮੂਲਾ ਇਲਾਸਟਿਸਿਟੀ ਆਫ ਡਿਮਾਂਡ ਹੈ ਆਪਣੇ ਕੋਲ ਮਾਈਨਸ ਦਾ ਸਾਈਨ ਲੈ ਰਹੇ ਹਾਂ ਕਿਉਂਕਿ ਇਹਨਾਂ ਦੇ ਵਿੱਚ ਇਨਵਰਸ ਰਿਲੇਸ਼ਨ ਹੈ, ਜਿਹਦੇ ਕਰਕੇ ਆਪਾਂ ਮਾਈਨਸ ਦਾ ਸਾਈਨ ਰੈਫਰ ਕਰ ਰਹੇ ਹਾਂ। ਮਾਈਨਸ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡ ਅਪੋਨ ਪਰਸੈਂਟੇਜ ਚੇਂਜ ਇਨ ਪ੍ਰਾਈਸ। ਹੁਣ ਇਹਨਾਂ ਨੇ ਅੱਗੇ ਐਗਜ਼ਾਮਪਲ ਲਿੱਤੀ ਹੋਈ ਹੈ ਵੀ ਸਪੋਜ਼ ਕਰ ਲਓ ਪ੍ਰਾਈਸ ਦੇ ਵਿੱਚ 10% ਕਮੀ ਆ ਜਾਂਦੀ ਹੈ।
ਕਮੀ ਆ ਜਾਂਦੀ, ਜਿਸ ਕਰਕੇ ਆਪਾਂ -10% ਲੈ ਰਹੇ ਹਾਂ। ਠੀਕ ਹੈ, 10% ਕਮੀ ਆਉਣ ਦੇ ਨਾਲ ਡਿਮਾਂਡ ਹੈ 20% ਐਕਸਟੈਂਡ ਹੋ ਜਾਂਦੀ ਹੈ, 20% ਵੱਧ ਗਈ, ਜਿਹਦੇ ਕਰਕੇ -20% ਅਪੋਨ ਮਾਈਨਸ, ਜਿਹਦੇ ਕਰਕੇ ਆਪਣੇ ਕੋਲ ਕੀ ਆ ਗਿਆ, ਜੋ 2 ਹੈ ਆਪਣੇ ਕੋਲ ਇਲਾਸਟਿਸਿਟੀ ਆਫ ਡਿਮਾਂਡ ਹੈ। ਠੀਕ ਹੈ ਵੀ ਇੰਨੀ ਇਨਕਰੀਜ਼ ਹੋਈ ਹੈ। ਅੱਗੇ ਇਸਦੀ ਡੈਫੀਨੇਸ਼ਨ ਕੀ ਹੈ, ਦੇਖੋ ਆਪਣੇ ਕੋਲ ਡੈਫੀਨੇਸ਼ਨ ਕਈ ਦੇ ਰੱਖੀਆਂ ਨੇ, ਬਟ ਮਾਰਸ਼ਲ ਵਾਲੀ ਈਜ਼ੀ ਹੈ। ਕਹਿੰਦੇ ਇਲਾਸਟਿਸਿਟੀ ਆਫ ਡਿਮਾਂਡ ਮੇ ਬੀ ਡਿਫਾਈਨਡ ਐਜ਼ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡ ਡਿਵਾਈਡਡ ਬਾਈ ਦੀ ਪਰਸੈਂਟੇਜ ਚੇਂਜ ਇਨ ਪ੍ਰਾइस। ओके, ਜਾਂ ਫਿਰ ਲਾਸਟ ਵਾਲੀ ਐਨਤੋਲ ਮੁਰਾਦ ਵਾਲੀ ਲਿਖੀ ਹੋਈ ਹੈ, ਇਲਾਸਟਿਸਿਟੀ ਆਫ ਡਿਮਾਂਡ ਇਜ਼ ਦੀ ਰੇਸ਼ੋ ਆਫ ਰਿਲੇਟਿਵ ਚੇਂਜ ਇਨ ਕੁਆਂਟੀਟੀ ਔਰ ਟੂ ਰਿਲੇਟਿਵ ਚੇਂਜ ਇਨ ਪ੍ਰਾइस। ਮਤਲਬ ਦੋਨਾਂ ਦੇ ਵਿੱਚੋਂ ਕੋਈ ਵੀ ਕਰ ਸਕਦੇ ਹੋ, ਬਿਲਕੁਲ ਈਜ਼ੀ ਹੈ। ਥਰਡ ਆਪਣੇ ਕੋਲ ਟੌਪਿਕ ਹੈ ਡਿਗਰੀਜ਼ ਆਫ ਪ੍ਰਾइस ਇਲਾਸਟਿਸਿਟੀ ਆਫ ਡਿਮਾਂਡ। ਡਿਗਰੀਜ਼ ਆਪਣੇ ਕੋਲ 5 ਡਿਗਰੀਜ਼ ਨੇ ਇਸ ਦੀਆਂ। ਮਤਲਬ ਆਪਾਂ ਇਲਾਸਟਿਸਿਟੀ ਆਫ ਡਿਮਾਂਡ ਦੇ ਕਨਸੈਪਟ ਦੇ ਅਕੋਰਡਿੰਗ ਆਪਾਂ ਇਸ ਨੂੰ 5 ਡਿਗਰੀਜ਼ ਦੇ ਵਿੱਚ ਡਿਵਾਈਡ ਕੀਤਾ ਹੈ। ਪਰਫੈਕਟਲੀ ਇਲਾਸਟਿਕ, ਪਰਫੈਕਟਲੀ ਇਨਇਲਾਸਟਿਕ, ਯੂਨਿਟਰੀ ਇਲਾਸਟਿਕ, ਮੋਰ ਦੈਨ ਇਲਾਸਟਿਕ, ਲੈਸ ਦੈਨ ਇਲਾਸਟਿਕ। ਫਸਟ ਹੈਗਾ ਪਰਫੈਕਟ ਇਲਾਸਟਿਕ ਡਿਮਾਂਡ। ਪਰਫੈਕਟਲੀ ਇਲਾਸਟਿਕ ਡਿਮਾਂਡ ਕੀ ਰੈਫਰ ਕਰਦੀ ਹੈ ਟੂ ਸਿਚੁਏਸ਼ਨ ਵੈਨ ਡਿਮਾਂਡ ਇਜ਼ ਇਨਫਾਈਨਾਈਟ at prevailing price. So it is situation where the slightest rise in price causes the quantity demand of commodity to fall to zero. ਕਹਿੰਦੇ ਇਹ ਆਪਣੇ ਕੋਲ ਕਿਹੜੀ ਸਿਚੁਏਸ਼ਨ ਹੈ, ਇਹ ਆਪਣੇ ਕੋਲ ਕਹਿੰਦੇ ਉਹ ਸਿਚੁਏਸ਼ਨ ਹੈ ਜਿਹਦੇ ਵਿੱਚ ਆਪਣੇ ਕੋਲ ਡਿਮਾਂਡ ਹੈ ਇਨਫਾਈਨਾਈਟ ਹੋ ਜਾਂਦੀ ਹੈ ਪ੍ਰੀਵੇਲਿੰਗ ਪ੍ਰਾਈਸ ਦੇ ਉੱਪਰ। ਬਟ ਕਹਿੰਦੇ ਅਗਰ ਇਹਦੇ ਵਿੱਚ ਥੋੜ੍ਹਾ ਜਿਹਾ ਵੀ ਮਤਲਬ ਰਾਈਜ਼ ਹੋਇਆ, ਮਤਲਬ ਪ੍ਰਾਈਸ ਦੇ ਵਿੱਚ ਥੋੜ੍ਹਾ ਜਿਹਾ ਵੀ ਵਾਧਾ ਹੋਇਆ, ਸੋ ਕੁਆਂਟਿਟੀ ਆਪਣੇ ਕੋਲ ਕੀ ਹੋ ਜੂਗੀ, ਫੋਲ ਟੂ ਜ਼ੀਰੋ। ਠੀਕ ਹੈ, ਦੇਖੋ ਰਾਜੇ ਡਾਇਗਰਾਮ ਇਸ ਦੀ ਕਾਫੀ ਜ਼ਿਆਦਾ ਈਜ਼ੀ ਹੈ। ਉਹ ਐਕਸ ਦੇ ਉੱਪਰ ਆਪਾਂ ਕੁਆਂਟਿਟੀ ਲੈ ਰਹੇ ਹਾਂ, ਉਹ ਵਾਈ ਦੇ ਉੱਪਰ ਪ੍ਰਾਈਸ ਲੈ ਰਹੇ ਹਾਂ। ਠੀਕ ਹੈ, ਜਿਸ ਦੇ ਨਾਲ ਆਪਾਂ ਕੀ ਸ਼ੋ ਕਰ ਰਹੇ ਹਾਂ, ਜੋ ਡੀ ਆਪਣੇ ਕੋਲ ਡਿਮਾਂਡ ਕਰਵ ਹੈ। ਓਕੇ, ਜਿਸ ਟਾਈਮ ਆਪਣੇ ਕੋਲ ਪ੍ਰਾਈਸ ਹੈ ਓਨਲੀ 4 ਹੀ ਲੈ ਰਹੇ ਹਾਂ ਆਪਾਂ ਪ੍ਰਾਈਸ, ਚਾਹੇ ਆਪਣੇ ਕੋਲ ਡਿਮਾਂਡ 10 ਹੈ, ਚਾਹੇ 20 ਹੈ, ਚਾਹੇ 30 ਹੈ, ਬਟ ਪ੍ਰਾਈਸ ਆਪਣੇ ਕੋਲ ਕਿੰਨੀ ਹੈ, 4 ਹੀ ਹੈ। ਸੋ ਇਹਦਾ ਮਤਲਬ ਕੀ ਹੈ ਵੀ ਪ੍ਰਾਈਸ ਆਪਣੇ ਕੋਲ 4 ਹੈ, ਬਟ ਓਨਲੀ ਡਿਮਾਂਡ ਜਿਹੜੀ ਇਨਕਰੀਜ਼ ਹੋ ਜਾਂਦੀ ਹੈ, ਇਨਕਰੀਜ਼ ਹੋ ਕੇ ਇਨਫਾਈਨਾਈਟ, ਮਤਲਬ ਇਸ ਦੀ ਕੋਈ ਵੀ ਸੀਮਾ ਨਹੀਂ ਹੈਗੀ, ਇੰਨੀ ਜ਼ਿਆਦਾ ਵੱਧ ਰਹੀ ਹੈ, ਜਿਹਨੂੰ ਆਪਾਂ ਪਰਫੈਕਟਲੀ ਇਲਾਸਟਿਕ ਕਹਿ ਸਕਦੇ ਹਾਂ। ਓਕੇ, ਅੱਗੇ ਨੈਕਸਟ ਆ ਗਿਆ ਆਪਣੇ ਕੋਲ ਸੈਕਿੰਡ ਪੁਆਇੰਟ ਪਰਫੈਕਟਲੀ ਇਨਇਲਾਸਟਿਕ ਡਿਮਾਂਡ। ਪਰਫੈਕਟਲੀ ਇਨਇਲਾਸਟਿਕ ਕਿਹੜੀ ਹੋਊਗੀ, ਕਹਿੰਦੇ ਪਰਫੈਕਟਲੀ ਇਨਇਲਾਸਟਿਕ ਡਿਮਾਂਡ ਇਜ਼ ਵਨ ਇਨ ਵਿਚ ਚੇਂਜ ਇਨ ਪ੍ਰਾਈਸ ਕਾਜ਼ ਨੋ ਚੇਂਜ ਇਨ ਕੁਆਂਟਿਟੀ ਡਿਮਾਂਡ। ਵੀ ਅਗਰ ਪ੍ਰਾਈਸ ਦੇ ਵਿੱਚ ਕੁਝ ਵੀ ਚੇਂਜ ਆ ਰਿਹਾ ਹੈ ਬਟ ਉਸਦੀ ਕੁਆਂਟਿਟੀ ਡਿਮਾਂਡ ਦੇ ਵਿੱਚ ਕੋਈ ਵੀ ਚੇਂਜ ਨਹੀਂ ਆ ਰਿਹਾ, ਇਟ ਇਜ਼ ਸਿਚੁਏਸ਼ਨ ਵੇਅਰ ਈਵਨ ਸਬਸਟੈਂਸ਼ੀਅਲ ਚੇਂਜ ਇਨ ਪ੍ਰਾਈਸ ਲੀਵ ਦੀ ਡਿਮਾਂਡ ਅਨਇਫੈਕਟਡ। ਇਹਦਾ ਮਤਲਬ ਕੀ ਹੈ ਵੀ ਪ੍ਰਾਈਸ ਦੇ ਵਿੱਚ ਚੇਂਜ ਆਉਣ ਦੇ ਨਾਲ ਡਿਮਾਂਡ ਹੈ ਜਿਹੜੀ ਉਹ ਅਨਇਫੈਕਟਡ ਹੈ। ਦੇਖੋ ਜੋ ਆਪਾਂ ਡਾਇਗਰਾਮ ਸ਼ੋ ਕਰ ਰਹੇ ਹਾਂ ਬੇਟਾ, ਡਾਇਗਰਾਮ ਦੇ ਵਿੱਚ ਕੀ ਹੈ ਆਪਣੇ ਕੋਲ, ਉਹ ਐਕਸ ਦੇ ਉੱਪਰ ਵਿੱਚ ਉਸੇ ਤਰ੍ਹਾਂ ਕੁਆਂਟਿਟੀ ਲੈ ਰਹੇ ਹਾਂ, ਉਹ ਵਾਈ ਦੇ ਉੱਪਰ ਪ੍ਰਾਈਸ ਹੈ। ਪ੍ਰਾਈਸ ਦੇ ਵਿੱਚ ਚੇਂਜ ਆ ਰਿਹਾ, ਪਹਿਲਾਂ ਪ੍ਰਾਈਸ 2 ਹੈ ਆਪਣੇ ਕੋਲ ਤਾਂ ਵੀ ਕੁਆਂਟਿਟੀ ਆਪਾਂ 4 ਦੀ ਲੈ ਰਹੇ ਹਾਂ, ਪ੍ਰਾਈਸ 4 ਹੈ ਤਾਂ ਵੀ ਆਪਣੇ ਕੋਲ ਕੁਆਂਟਿਟੀ 4 ਦੀ ਹੈ, ਪ੍ਰਾਈਸ ਅੱਗੇ 6 ਹੈ ਤਾਂ ਵੀ ਕੁਆਂਟਿਟੀ 4 ਦੀ ਹੈ। ਇਹਦਾ ਮਤਲਬ ਡਿਮਾਂਡ ਦੇ ਵਿੱਚ ਨੋ ਚੇਂਜ ਹੈ। ਠੀਕ ਹੈ, ਸੋ ਡੀ ਡਿਮਾਂਡ ਕਰਵ ਹੈ, ਬਿਲਕੁਲ ਕੀ ਹੈ, ਓ ਵਾਈ ਦੇ ਪੈਰਲਲ ਲਾਈਨ ਬਣੀ ਹੋਈ ਹੈ, ਜਿਹਦੇ ਕਰਕੇ ਆਪਾਂ ਕੀ ਕਹਿ ਸਕਦੇ ਹਾਂ ਵੀ ਈ ਡੀ ਇਜ਼ ਇਕੁਅਲ ਟੂ 0, ਕਿਉਂਕਿ ਕੋਈ ਵੀ ਚੇਂਜ ਨਹੀਂ ਆ ਰਿਹਾ ਡਿਮਾਂਡ ਦੇ ਵਿੱਚ, ਜਿਹਦੇ ਕਰਕੇ ਡਿਮਾਂਡ ਕਿਹਦੇ ਇਕੁਅਲ ਹੈ, 0 ਦੇ। ਸੋ ਇਲਾਸਟਿਸਿਟੀ ਆਫ ਡਿਮਾਂਡ ਹੈ ਇੱਥੇ 0 ਹੈ। ਅੱਗੇ ਯੂਨਿਟਰੀ ਇਲਾਸਟਿਕ ਥਰਡ ਪੁਆਇੰਟ ਹੈ। ਯੂਨਿਟਰੀ ਇਲਾਸਟਿਕ ਕਿਹੜੀ ਹੋਊਗੀ, ਕਹਿੰਦੇ ਇਟ ਇਜ਼ ਸਿਚੁਏਸ਼ਨ ਵੈਨ ਚੇਂਜ ਇਨ ਕੁਆਂਟਿਟੀ ਡਿਮਾਂਡ ਇਨ ਰਿਸਪੌਂਸ ਟੂ ਚੇਂਜ ਇਨ ਓਨ ਪ੍ਰਾਈਸ ਆਫ ਕਮੋਡਿਟੀ ਇਨ ਸੱਚ ਦੀ ਟੋਟਲ ਐਕਸਪੈਂਡੀਚਰ ਆਫ ਕਮੋਡਿਟੀ ਰਿਮੇਨ ਕੌਨਸਟੈਂਟ। ਕਹਿੰਦੇ ਇਹ ਆਪਣੇ ਕੋਲ ਕਿਹੜੀ ਸਿਚੁਏਸ਼ਨ ਹੈ ਵੀ ਜਿੰਨਾ ਵੀ ਚੇਂਜ ਆਪਣੇ ਕੋਲ ਪ੍ਰਾਈਸ ਦੇ ਵਿੱਚ ਸ਼ੋ ਹੋਊਗਾ, ਬਿਲਕੁਲ ਸੇਮ ਚੇਂਜ ਹੀ ਆਪਾਂ ਕੁਆਂਟਿਟੀ ਦੇ ਐਕਸਪੈਂਡੀਚਰ ਦੇ ਉੱਪਰ ਸ਼ੋ ਕਰ ਰਹੇ ਹਾਂ। ਠੀਕ ਹੈ, ਕੁਆਂਟਿਟੀ ਵੀ ਆਪਾਂ ਮਤਲਬ ਓਨੀ ਲੈ ਰਹੇ ਹਾਂ, ਇਹਦਾ ਮਤਲਬ ਟੋਟਲ ਐਕਸਪੈਂਡੀਚਰ ਹੈ ਉਹ ਕੌਨਸਟੈਂਟ ਹੈ, ਕਿਉਂਕਿ ਟੋਟਲ ਐਕਸਪੈਂਡੀਚਰ ਦਾ ਆਪਣੇ ਕੋਲ ਫਾਰਮੂਲਾ ਹੁੰਦਾ ਹੈ ਕੁਆਂਟਿਟੀ ਇਨਟੂ ਪ੍ਰਾਈਸ। ਠੀਕ ਹੈ, ਸੋ ਫਿਗਰ ਦੇ ਵਿੱਚ ਆਪਾਂ ਕੀ ਸ਼ੋ ਕਰ ਰਹੇ ਹਾਂ, ਇਹ ਫਾਰਮੂਲੇ ਦੇ ਅਕੋਰਡਿੰਗ ਓ ਐਕਸ ਦੇ ਉੱਪਰ ਆਪਾਂ ਕੁਆਂਟਿਟੀ ਲੈ ਲਈ, ਓ ਵਾਈ ਦੇ ਉੱਪਰ ਪ੍ਰਾਈਸ। ਠੀਕ ਹੈ, ਵੈਨ ਪ੍ਰਾਈਸ ਪੀ ਦੈਨ ਕੁਆਂਟਿਟੀ ਓ ਬੀ, ਵੈਨ ਪ੍ਰਾਈਸ ਓ ਪੀ 1 ਦੈਨ ਆਪਣੇ ਕੋਲ ਕੁਆਂਟਿਟੀ ਕਿੰਨੀ ਹੈ, ਓ ਸੀ। ਠੀਕ ਹੈ, ਇਹਦੇ ਅਕੋਰਡਿੰਗ ਅਗਰ ਆਪਾਂ ਟੋਟਲ ਐਕਸਪੈਂਡੀਚਰ ਕੱਢਣਾ ਹੋਵੇ ਤਾਂ ਕਿਵੇਂ ਕੱਢਾਂਗੇ, ਕੁਆਂਟਿਟੀ ਇਨਟੂ ਪ੍ਰਾਈਸ ਕਰਨੀ ਹੈ। ਕੁਆਂਟਿਟੀ ਪਹਿਲਾਂ ਸਪੋਜ਼ ਕਰ ਲਓ ਆਪਣੇ ਕੋਲ ਓ ਬੀ ਹੈ, ਠੀਕ ਹੈ, ਔਰ ਪ੍ਰਾਈਸ ਓ ਪੀ ਹੈ, ਸੋ ਏਰੀਆ ਕਿੰਨਾ ਹੋ ਗਿਆ ਆਪਣੇ ਕੋਲ, ਓ ਬੀ ਟੀ ਪੀ।
ਬਿਲਕੁਲ ਇਸੇ ਤਰ੍ਹਾਂ ਅਗਰ ਆਪਣੇ ਕੋਲੇ ਪ੍ਰਾਈਸ ਫਾਲ ਹੋ ਜਾਂਦੀ ਹੈ, OP1 ਹੋ ਜਾਂਦੀ ਹੈ, ਤਾਂ ਇਹਦਾ ਮਤਲਬ ਕੀ ਹੈ, ਆਪਣੇ ਕੋਲ ਟੋਟਲ ਐਕਸਪੈਂਡੀਚਰ ਕਿੰਨਾ ਹੋਇਆ, OC ਮਲਟੀਪਲਾਈ OP1। ਏਰੀਆ ਆਪਣੇ ਕੋਲ ਟੋਟਲ ਕਿੰਨਾ ਹੋ ਗਿਆ, OCRP1। ਠੀਕ ਹੈ, ਇਹ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਵੀ ਦੋਨੋਂ ਏਰੀਏ ਕੀ ਨੇ, ਸੇਮ ਨੇ, ਬਿਲਕੁਲ ਇਕੁਅਲ ਨੇ, ਮਤਲਬ OBTP, ਠੀਕ ਹੈ, ਇਕੁਅਲ ਟੂ ਏਰੀਆ OCRP1। ਓਕੇ, ਇਹਦਾ ਮਤਲਬ ਇੱਥੇ ਇਲਾਸਟਿਸਿਟੀ ਡਿਮਾਂਡ ਹੈ ਕਿਹਦੇ ਇਕੁਅਲ ਹੋਊਗੀ, 1 ਦੇ ਇਕੁਅਲ ਹੋਊਗੀ, ਕਿਉਂਕਿ ਸੇਮ ਚੇਂਜ ਹੈ। ਅਗਲਾ ਫੋਰਥ ਆ ਗਿਆ ਗ੍ਰੇਟਰ ਦੈਨ ਯੂਨਿਟਰੀ ਇਲਾਸਟਿਕ ਡਿਮਾਂਡ। ਗ੍ਰੇਟਰ ਦੈਨ ਦਾ ਮਤਲਬ ਗ੍ਰੇਟਰ ਡਿਮਾਂਡ ਇਜ਼ ਗ੍ਰੇਟਰ ਦੈਨ ਯੂਨਿਟਰੀ ਇਲਾਸਟਿਕ। ਇਹਦਾ ਮਤਲਬ ਕੀ ਹੈ, ਵੈਨ ਚੇਂਜ ਇਨ ਕੁਆਂਟੀਟੀ ਡਿਮਾਂਡ ਇਨ ਰਿਸਪੌਂਸ ਟੂ ਚੇਂਜ ਇਨ ਓਨ ਪ੍ਰਾਈਸ ਇਜ਼ ਸੱਚ ਦੈਟ ਟੋਟਲ ਐਕਸਪੈਂਡੀਚਰ ਔਨ ਕਮੋਡਿਟੀ ਇਨਕਰੀਜ਼ ਵੈਨ ਪ੍ਰਾਈਸ ਡਿਕਰੀਜ਼। ਕਹਿਣ ਦਾ ਮਤਲਬ ਕੀ ਹੈ ਵੀ ਇਹਦੇ ਵਿੱਚ ਜਿੰਨਾ ਵੀ ਪ੍ਰਾਈਸ ਦੇ ਵਿੱਚ ਚੇਂਜ ਆਊਗਾ ਡਿਮਾਂਡ ਦੇ ਵਿੱਚ, ਉਸ ਤੋਂ ਜ਼ਿਆਦਾ ਚੇਂਜ ਸ਼ੋ ਕਰਾਂਗੇ ਆਪਾਂ। ਅਗਰ ਪ੍ਰਾਈਸ ਦੇ ਵਿੱਚ ਥੋੜ੍ਹਾ ਜਿਹਾ ਵੀ ਡਿਕਰੀਜ਼ ਹੋ ਰਹੀ ਹੈ ਤਾਂ ਡਿਮਾਂਡ ਉਸ ਤੋਂ ਜ਼ਿਆਦਾ ਇਨਕਰੀਜ਼ ਹੋ ਰਹੀ ਹੈ, ਜਿਹਦੇ ਕਰਕੇ ਆਪਾਂ ਗ੍ਰੇਟਰ ਦੈਨ 1 ਕਹਿ ਰਹੇ ਹਾਂ। ਦੇਖੋ ਇਹਦੇ ਵਿੱਚ ਆਪਣੇ ਕੋਲੇ ਜੋ ਸਭ ਤੋਂ ਪਹਿਲਾਂ ਆਪਣੇ ਕੋਲੇ ਪ੍ਰਾਈਸ OP ਹੈ, ਜਿਹਦੇ ਅਕੋਰਡਿੰਗ ਆਪਾਂ ਟੋਟਲ ਐਕਸਪੈਂਡੀਚਰ ਕੱਢਾਂਗੇ OB ਮਲਟੀਪਲਾਈ OP। ਟੋਟਲ ਏਰੀਆ ਕਿਹੜਾ ਕੀ ਬਣ ਗਿਆ ਆਪਣੇ ਕੋਲੇ, OBTP। ਠੀਕ ਹੈ ਜੀ। ਅਗਰ ਆਪਣੇ ਕੋਲੇ ਪ੍ਰਾਈਸ ਥੋੜ੍ਹੀ ਲੈਸ ਹੋ ਗਈ, OP1 ਹੋ ਗਈ, ਇਹਦਾ ਮਤਲਬ ਕੀ ਹੈ, ਆਪਣੇ ਕੋਲੇ ਏਰੀਆ ਕੀ ਬਣ ਗਿਆ, OC ਮਲਟੀਪਲਾਈ OP1। ਠੀਕ ਹੈ, ਪੂਰਾ ਏਰੀਆ ਆਪਣੇ ਕੋਲ ਕੀ ਬਣ ਗਿਆ, OCRP1। ਸੋ ਜਿਹੜਾ ਆਪਣੇ ਕੋਲ ਏਰੀਆ OCRP1 ਹੈ, ਇਹ ਗ੍ਰੇਟਰ ਦੈਨ ਹੈ ਕਿਹਦੇ ਨਾਲੋਂ, OBTP ਦੇ ਨਾਲੋਂ। ਠੀਕ ਹੈ, ਜਿਹਦੇ ਕਰਕੇ ਆਪਾਂ ਕੀ ਕਹਿ ਸਕਦੇ ਹਾਂ, ਇਲਾਸਟਿਸਿਟੀ ਜੋ ਡਿਮਾਂਡ ਹੈ ਗ੍ਰੇਟਰ ਦੈਨ 1 ਦੇ। ਅੱਗੇ ਲੈਸ ਦੈਨ ਯੂਨਿਟਰੀ ਇਲਾਸਟਿਕ ਡਿਮਾਂਡ। ਲੈਸ ਦੈਨ ਯੂਨਿਟਰੀ ਕਿਹੜੀ ਹੋਊਗੀ, ਕਹਿੰਦੇ ਡਿਮਾਂਡ ਇਜ਼ ਲੈਸ ਦੈਨ ਯੂਨਿਟਰੀ ਇਲਾਸਟਿਕ ਵੈਨ change in quantity demand in response to change in own price of commodity in such that total expenditure of commodity decrease when price falls। ठीक है, and total expenditure increase when price rises। ਇਹਦਾ ਮਤਲਬ ਕੀ ਹੈ, ਲੈਸ ਦੈਨ ਯੂਨਿਟਰੀ ਦਾ ਮਤਲਬ ਕੀ ਹੈ ਆਪਣੇ ਕੋਲ, ਇਹਦੇ ਵਿੱਚ ਰਾਜੀ ਕੀ ਹੋਊਗਾ ਆਪਣੇ ਕੋਲ ਵੀ ਜਿਸ ਟਾਈਮ ਆਪਾਂ ਪ੍ਰਾਈਸ ਹੈ, ਪ੍ਰਾਈਸ ਦੇ ਵਿੱਚ ਜ਼ਿਆਦਾ ਚੇਂਜ ਕਰਾਂਗੇ ਤਾਂ ਕੁਆਂਟਿਟੀ ਡਿਮਾਂਡ ਦੇ ਵਿੱਚ ਥੋੜ੍ਹਾ ਚੇਂਜ ਆਊਗਾ। ਹੁਣ ਦੇਖੋ ਆਪਣੇ ਕੋਲੇ ਡਾਇਗਰਾਮ ਹੈ, ਡਾਇਗਰਾਮ ਦੇ ਵਿੱਚ ਕੀ ਸ਼ੋ ਹੋ ਰਿਹਾ ਹੈ, ਵੈਨ ਪ੍ਰਾਈਸ OP ਦੈਨ ਕੁਆਂਟੀਟੀ ਆਪਣੇ ਕੋਲੇ OB ਹੈ, ਏਰੀਆ ਆਪਣੇ ਕੋਲ ਟੋਟਲ ਕਿੰਨਾ ਹੋਊਗਾ, OBTP। ਠੀਕ ਹੈ, ਵੈਨ ਪ੍ਰਾਈਸ OP1, ਜਿਸ ਟਾਈਮ ਪ੍ਰਾਈਸ OP1 ਹੋਊਗੀ, ਏਰੀਆ ਆਪਣੇ ਕੋਲ ਕੀ ਹੋਊਗਾ, OCRP1। ਸੋ ਜਿਹੜਾ ਆਪਾਂ ਏਰੀਆ ਲੈ ਰਹੇ ਹਾਂ OCRP1, ਇਹ ਕੀ ਹੈ, ਲੈਸ ਦੈਨ ਹੈ ਕਿਹਦੇ ਨਾਲੋਂ, OBTP ਦੇ ਨਾਲੋਂ। ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਹੈ ਜਿਹੜੀ ਆਪਣੇ ਕੋਲ ਇਲਾਸਟਿਸਿਟੀ ਆਫ ਡਿਮਾਂਡ ਹੈ ਉਹ ਲੈਸ ਦੈਨ 1 ਦੇ ਹੈ। ਠੀਕ ਹੈ ਜੀ। ਅੱਗੇ ਆਪਣੇ ਕੋਲ ਨੈਕਸਟ ਇਹਨਾਂ ਨੇ ਸਪੈਸ਼ਲ ਕੇਸ ਦਿੱਤਾ ਹੋਇਆ, ਯੂਨਿਟਰੀ ਇਲਾਸਟਿਸਿਟੀ ਆਫ ਡਿਮਾਂਡ ਐਟ ਆਲ ਪੁਆਇੰਟਸ ਆਫ ਡਿਮਾਂਡ ਕਰਵੇ ਸਪੈਸ਼ਲ ਕੇਸ। ਕਹਿੰਦੇ ਇਲਾਸਟਿਸਿਟੀ ਆਫ ਡਿਮਾਂਡ ਹੈਪਨਸ ਟੂ ਬੀ ਇਕੁਅਲ ਟੂ ਯੂਨਿਟੀ। ਇਕੁਅਲ ਹੋਊਗਾ ਜਿਸ ਟਾਈਮ ਆਪਣੇ ਕੋਲ ਡਿਮਾਂਡ ਜਿੰਨਾ ਆਪਣੇ ਕੋਲ ਪ੍ਰਾਈਸ ਦੇ ਵਿੱਚ ਚੇਂਜ ਆ ਰਿਹਾ, ਉਨਾ ਹੀ ਡਿਮਾਂਡ ਦੇ ਵਿੱਚ ਚੇਂਜ ਆ ਰਿਹਾ। ਬਟ ਆਪਣੇ ਕੋਲ ਇਹ ਜੋ ਡਾਇਗਰਾਮ ਹੈ ਰੈਕਟੈਂਗੂਲਰ ਹਾਈ ਪੈਰਾਬੋਲਾ ਬਣਾਈ ਹੋਈ ਹੈ। ਰੈਕਟੈਂਗੂਲਰ ਹਾਈ ਪੈਰਾਬੋਲਾ ਦਾ ਮੀਨਸ ਕੀ ਹੈ ਵੀ ਆਪਾਂ ਜੋ ਰੈਕਟੈਂਗੂਲਰ ਹਾਈ ਪੈਰਾਬੋਲਾ ਕਰਵ ਹੈ ਅੰਡਰ ਕਹਿੰਦੇ ਵਿੱਚ ਔਰ ਰੈਕਟੈਂਗੂਲਰ ਏਰੀਆਜ਼ ਆਰ ਇਕੁਅਲ। ਕਹਿੰਦੇ ਇਹਦੇ ਵਿੱਚ ਸਾਰੇ ਰੈਕਟੈਂਗੂਲਰ ਏਰੀਆ ਨੇ ਇੱਕ ਦੂਸਰੇ ਦੇ ਇਕੁਅਲ ਨੇ। ਠੀਕ ਹੈ, ਇਹਦਾ ਮਤਲਬ ਆਪਣੇ ਕੋਲ ਇਲਾਸਟਿਸਿਟੀ ਆਫ ਡਿਮਾਂਡ ਹੈ ਇੱਥੇ ਹਰ ਇੱਕ ਪੁਆਇੰਟ ਦੇ ਉੱਪਰ 1 ਦੇ ਬਰਾਬਰ ਹੈ। ਠੀਕ ਹੈ, ਚਾਹੇ ਆਪਾਂ ਕੋਈ ਵੀ ਪੁਆਇੰਟ ਲੈ ਰਹੇ ਹਾਂ ਕਰਵ ਦੇ ਵਿੱਚ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਆ ਜਾਂਦਾ ਜੀ ਮੇਜ਼ਰਮੈਂਟ ਆਫ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ। ਮੇਜ਼ਰਮੈਂਟ ਦੇ ਵਿੱਚ ਕੀ ਹੈ, ਆਪਾਂ ਇਸ ਦੇ ਕੁਝ ਮੈਥਡ ਕਰਾਂਗੇ। ਮੈਥਡ ਆਪਣੇ ਕੋਲ ਕਿੰਨੇ ਨੇ, 5 ਮੈਥਡ ਨੇ। ਟੋਟਲ ਆਊਟਪੁੱਟ ਔਰ ਟੋਟਲ ਐਕਸਪੈਂਡੀਚਰ ਮੈਥਡ, ਪ੍ਰਪੋਰਸ਼ਨੇਟ ਔਰ ਪਰਸੈਂਟੇਜ ਮੈਥਡ, ਪੁਆਇੰਟ ਮੈਥਡ, ਆਰਕ ਮੈਥਡ। ਠੀਕ ਹੈ, ਪੁਆਇੰਟ ਔਰ ਆਰਕ ਮੈਥਡ ਨੂੰ ਆਪਾਂ ਗ੍ਰਾਫਿਕ ਮੈਥਡ ਬੋਲ ਸਕਦੇ ਹਾਂ। 5th ਹੈਗਾ ਆਪਣੇ ਕੋਲੇ ਰਿਵੈਨਿਊ ਮੈਥਡ। ਫਸਟ ਹੈ ਜੀ ਟੋਟਲ ਐਕਸਪੈਂਡੀਚਰ ਮੈਥਡ। ਟੋਟਲ ਐਕਸਪੈਂਡੀਚਰ ਆਪਾਂ ਨੂੰ ਕੀ ਰੈਫਰ ਕਰ ਰਿਹਾ ਹੈ, ਕਹਿੰਦੇ ਟੋਟਲ ਐਕਸਪੈਂਡੀਚਰ ਮੈਥਡ ਆਫ ਮੇਜ਼ਰਿੰਗ ਇਲਾਸਟਿਸਿਟੀ ਆਫ ਡਿਮਾਂਡ ਵਾਜ਼ developed by Dr. Marshall। So according to this method, ਕਹਿੰਦੇ measure the elasticity of demand is essentially to know how much and in what direction the total expenditure has changed as a result of change on price of commodity। ਇਹਦਾ ਮਤਲਬ ਕੀ ਹੈ ਵੀ ਆਪਣੇ ਕੋਲ ਇਲਾਸਟਿਸਿਟੀ ਆਫ ਡਿਮਾਂਡ ਦੇ ਵਿੱਚ ਕਿੰਨਾ ਅਤੇ ਕੀ ਚੇਂਜ ਆ ਰਿਹਾ ਉਹਦੀ ਡਾਇਰੈਕਸ਼ਨ ਦੇ ਵਿੱਚ, ਇਹ ਆਪਾਂ ਨੂੰ ਕੀ ਤੋਂ ਪਤਾ ਚੱਲੂਗਾ, ਉਸ ਦੇ ਟੋਟਲ ਐਕਸਪੈਂਡੀਚਰ ਤੋਂ।
ਠੀਕ ਹੈ, ਮਤਲਬ ਉਹਦੀ ਪ੍ਰਾਈਸ ਦੇ ਵਿੱਚ ਚੇਂਜ ਹੋਣ ਦੇ ਨਾਲ ਟੋਟਲ ਐਕਸਪੈਂਡੀਚਰ ਦੇ ਵਿੱਚ ਕਿੰਨਾ ਕੁ ਚੇਂਜ ਆ ਰਿਹਾ ਹੈ। ਇਹਦੇ ਅਕੋਰਡਿੰਗ ਜੋ ਹੈ ਆਪਣੇ ਕੋਲ ਇਹ ਕਹਿੰਦੇ ਇਲਾਸਟਿਕ ਜੋ ਡਿਮਾਂਡ ਹੈ ਆਪਣੇ ਕੋਲ ਯੂਨਿਟੀ ਹੈ। ਇਹਦਾ ਮਤਲਬ ਕੀ ਹੈ, ਕਹਿੰਦੇ ਵੈਨ ਡਿਊ ਟੂ ਰਾਈਜ਼ ਔਰ ਫੋਲ ਇਨ ਔਨ ਪ੍ਰਾਈਸ ਆਫ ਕਮੋਡਿਟੀ, ਵੀ ਜਦੋਂ ਆਪਣੀ ਜਿਹੜੀ ਪ੍ਰਾਈਸ ਹੈ ਚਾਹੇ ਘਟਦੀ ਹੈ ਚਾਹੇ ਵੱਧਦੀ ਹੈ, ਟੋਟਲ ਐਕਸਪੈਂਡੀਚਰ ਹੈ ਉਹ ਅਨਚੇਂਜਡ ਹੈ, ਉਹ ਚੇਂਜ ਨਹੀਂ ਹੁੰਦਾ। ਗ੍ਰੇਟਰ ਦੈਨ ਯੂਨਿਟੀ ਦਾ ਮਤਲਬ ਵੀ ਜੋ ਪ੍ਰਾਈਸ ਹੈ ਆਪਣੀ ਥੋੜ੍ਹੀ ਫੋਲ ਹੋ ਜਾਂਦੀ ਹੈ, ਟੋਟਲ ਐਕਸਪੈਂਡੀਚਰ ਜ਼ਿਆਦਾ ਰਾਈਜ਼ ਹੋ ਜਾਂਦਾ, ਠੀਕ ਹੈ। ਜਾਂ ਪ੍ਰਾਈਸ ਆਪਣੀ ਥੋੜ੍ਹੀ ਰਾਈਜ਼ ਹੋ ਜਾਂਦੀ ਹੈ, ਟੋਟਲ ਐਕਸਪੈਂਡੀਚਰ ਜ਼ਿਆਦਾ ਗੋਜ਼ ਡਾਊਨ ਹੋ ਜਾਂਦਾ, ਇਹ ਆਪਣੇ ਕੋਲ ਗ੍ਰੇਟਰ ਦੈਨ ਯੂਨਿਟੀ ਹੋਊਗਾ। ਲੈਸ ਦੈਨ ਯੂਨਿਟੀ ਕੀ ਹੋਊਗਾ, ਜਿਸ ਟਾਈਮ ਕਹਿੰਦੇ ਪ੍ਰਾਈਸ ਫੋਲ ਹੁੰਦੀ ਹੈ ਟੋਟਲ ਐਕਸਪੈਂਡੀਚਰ ਗੋਜ਼ ਡਾਊਨ, ਠੀਕ ਹੈ, ਐਂਡ ਪ੍ਰਾਈਸ ਰਾਈਜ਼ ਦੈਨ ਟੋਟਲ ਐਕਸਪੈਂਡੀਚਰ ਰਾਈਜ਼ ਗੋਜ਼ ਅਪ, ਠੀਕ ਹੈ ਜੀ। ਸੋ ਇਹ ਚੀਜ਼ ਆਪਾਂ ਟੇਬਲ ਦੇ ਨਾਲ ਵੀ ਸ਼ੋਅ ਕਰ ਸਕਦੇ ਹਾਂ। ਤੁਹਾਨੂੰ ਦੋ ਟੇਬਲ ਬਣਾਏ ਹੋਏ ਨੇ, ਪਹਿਲਾਂ ਫਸਟ ਦੇ ਵਿੱਚ ਤਾਂ ਤੁਹਾਨੂੰ ਦੱਸਿਆ ਹੋਇਆ ਵੀ ਕਿੰਨਾ ਕਿਵੇਂ ਚੇਂਜ ਆਊਗਾ। ਦੇਖੋ ਲੈਸ ਦੈਨ ਆਪਣਾ ਕਹਿ ਰਹੇ ਹਾਂ ਇਨ ਇਲਾਸਟਿਕ ਜਾਂ ਫਿਰ ਲੈਸ ਦੈਨ ਯੂਨਿਟਰੀ, ਇੱਥੇ ਟੋਟਲ ਐਕਸਪੈਂਡੀਚਰ ਇਨਕਰੀਜ਼ ਹੋਊਗਾ ਔਰ ਪ੍ਰਾਈਸ ਵੀ ਡਿਕਰੀਜ਼ ਹੋਊਗੀ, ਠੀਕ ਹੈ। ਯੂਨਿਟਰੀ ਇਲਾਸਟਿਕ ਦਾ ਮਤਲਬ ਦੋਨੋਂ ਦੇ ਵਿੱਚ ਨੋ ਚੇਂਜ, ਦੋਨੋਂ ਇਕੁਅਲ ਹੋਣਗੇ। ਔਰ ਇਲਾਸਟਿਕ ਜਾਂ ਗ੍ਰੇਟਰ ਦੈਨ ਦੇ ਵਿੱਚ ਟੋਟਲ ਐਕਸਪੈਂਡੀਚਰ ਡਿਕਰੀਜ਼ ਐਂਡ ਟੋਟਲ ਐਕਸਪੈਂਡੀਚਰ ਇਨਕਰੀਜ਼, ਠੀਕ ਹੈ। ਇਹ ਚੀਜ਼ ਆਪਾਂ ਟੇਬਲ ਦੇ ਨਾਲ ਸਮਝ ਸਕਦੇ ਹਾਂ। ਦੇਖੋ ਫਸਟ ਸਿਚੁਏਸ਼ਨ ਹੈ ਆਪਣੇ ਕੋਲ ਏ ਸਿਚੁਏਸ਼ਨ, ਜਿਹਦੇ ਵਿੱਚ ਆਪਣੇ ਕੋਲ ਪ੍ਰਾਈਸ ਗਿਵਨ ਨੇ 241, ਕੁਆਂਟੀਟੀ ਹੈ 428, ਜਿਹਦੇ ਨਾਲ ਆਪਾਂ ਟੋਟਲ ਐਕਸਪੈਂਡੀਚਰ ਹੈ ਜਿਹੜਾ ਉਹ ਮਲਟੀਪਲਾਈ ਕਰਕੇ ਕੱਢ ਸਕਦੇ ਹਾਂ। 2 × 4 ਫਿਰ 4 × 2 1 × 8, ਹਰ ਇੱਕ ਪੁਆਇੰਟ ਦੇ ਟੋਟਲ ਐਕਸਪੈਂਡੀਚਰ 8 ਹੈ। ਇਹਦਾ ਮਤਲਬ ਐਕਸਪੈਂਡੀਚਰ ਦੇ ਵਿੱਚ ਨੋ ਚੇਂਜ ਹੈ, ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਇਲਾਸਟਿਕ ਜੋ ਡਿਮਾਂਡ ਹੈ ਉਹ ਯੂਨਿਟੀ ਹੈ, ਠੀਕ ਹੈ। ਨੈਕਸਟ ਆਪਣੇ ਕੋਲ ਜੋ ਬੀ ਸਿਚੁਏਸ਼ਨ ਹੈ, ਜਿਹਦੇ ਵਿੱਚ ਆਪਣੇ ਕੋਲ ਪ੍ਰਾਈਸ ਸੇਮ ਦੇ ਰੱਖੀ ਹੈ 241, ਬਟ ਜੋ ਆਪਾਂ ਇਹਦੇ ਵਿੱਚ ਕੁਆਂਟਿਟੀ ਦੇ ਰਹੇ ਹਾਂ ਉਹ 4110 ਹੈ। ਟੋਟਲ ਐਕਸਪੈਂਡੀਚਰ ਕਰਾਂਗੇ ਮਲਟੀਪਲਾਈ ਕਰਕੇ, 2 × 4 8, 4 × 1 4, 1 × 10 10। ਇਹਦਾ ਮਤਲਬ ਕੀ ਹੈ, ਦੇਖੋ ਜਿਸ ਟਾਈਮ ਆਪਣੀ ਪ੍ਰਾਈਸ ਹੈ ਡਿਕਰੀਜ਼ ਹੋ ਰਹੀ ਹੈ ਜਾਂ ਇਨਕਰੀਜ਼ ਹੋ ਰਹੀ ਹੈ, ਠੀਕ ਹੈ, ਉਹਦੇ ਨਾਲ ਜੋ ਆਪਣੀ ਟੋਟਲ ਐਕਸਪੈਂਡੀਚਰ ਹੈ ਉਹ ਵੀ ਉਸੇ ਤਰ੍ਹਾਂ ਡਿਕਰੀਜ਼ ਔਰ ਇਨਕਰੀਜ਼ ਹੋ ਰਿਹਾ ਹੈ। ਦੇਖੋ ਨਾ ਜੀ ਕਿਸ ਟਾਈਪ ਨਾਲ ਹੈ, ਪਹਿਲਾਂ ਆਪਣੀ ਜੋ ਪ੍ਰਾਈਸ ਹੈ ਇਨਕਰੀਜ਼ ਹੋ ਕੇ 4 ਹੋ ਗਈ, ਠੀਕ ਹੈ, ਪ੍ਰਾਈਸ ਇਨਕਰੀਜ਼ ਹੋਈ ਹੈ ਪਹਿਲਾਂ, ਜਿਹਦੇ ਨਾਲ ਆਪਣੀ ਜੋ ਟੋਟਲ ਐਕਸਪੈਂਡੀਚਰ ਹੈ ਉਹ ਡਿਕਰੀਜ਼ ਹੋ ਕੇ 4 ਹੋ ਗਿਆ। ਦੈਨ ਨੈਕਸਟ ਕੀ ਹੋ ਗਿਆ, ਆਪਣੇ ਕੋਲ ਪ੍ਰਾਈਸ ਡਿਕਰੀਜ਼ ਹੋ ਗਈ, ਕਿੰਨੀ ਹੋ ਗਈ, ਪ੍ਰਾਈਸ 1 ਰਹਿ ਗਈ। ਦੈਨ ਆਪਣੇ ਕੋਲ ਟੋਟਲ ਐਕਸਪੈਂਡੀਚਰ ਕਿੰਨਾ ਹੋ ਗਿਆ, ਇਨਕਰੀਜ਼ ਹੋ ਕੇ 10 ਹੋ ਗਿਆ। ਇਹਦਾ ਮਤਲਬ ਇੱਥੇ ਆਪਣੇ ਕੋਲ ਗ੍ਰੇਟਰ ਦੈਨ ਯੂਨਿਟੀ ਹੈ, ਇਨਵਰਸ ਰਿਲੇਸ਼ਨ ਹੈ ਦੋਨਾਂ ਦੇ ਵਿੱਚ, ਟੋਟਲ ਐਕਸਪੈਂਡੀਚਰ ਅਤੇ ਪ੍ਰਾਈਸ ਦੇ ਵਿੱਚ, ਜਿਹਦੇ ਕਰਕੇ ਆਪਣੇ ਕੋਲ ਗ੍ਰੇਟਰ ਦੈਨ ਯੂਨਿਟੀ ਹੈ। ਨੈਕਸਟ ਸੀ ਪੋਰਸ਼ਨ ਦੇ ਵਿੱਚ ਆਪਣੇ ਕੋਲ ਪਹਿਲਾਂ ਪ੍ਰਾਈਸ 2 ਹੈ, ਠੀਕ ਹੈ, ਜਿਹਦਾ ਟੋਟਲ ਐਕਸਪੈਂਡੀਚਰ ਆਪਣੇ ਕੋਲ 6 ਹੈ, ਪ੍ਰਾਈਸ ਇਨਕਰੀਜ਼ ਹੋ ਕੇ 4 ਹੋ ਗਈ, ਤਾਂ ਆਪਣੇ ਕੋਲ ਟੋਟਲ ਐਕਸਪੈਂਡੀਚਰ ਵੀ ਇਨਕਰੀਜ਼ ਹੋ ਕੇ 8 ਹੋ ਗਿਆ। ਦੈਨ ਅੱਗੇ ਕੀ ਹੈ ਆਪਣੇ ਕੋਲ ਵੀ ਪ੍ਰਾਈਸ ਆਪਣੇ ਕੋਲ ਲੈਸ ਹੋ ਕੇ 1 ਹੋ ਗਈ ਔਰ ਟੋਟਲ ਐਕਸਪੈਂਡੀਚਰ ਵੀ ਲੈਸ ਹੋ ਕੇ 4 ਹੋ ਗਿਆ। ਇਹਦਾ ਮਤਲਬ ਕੀ ਹੈ, ਇਹ ਆਪਣੇ ਕੋਲ ਲੈਸ ਦੈਨ ਯੂਨਿਟੀ ਹੈ, ਕਿਉਂਕਿ ਸੇਮ ਰਿਲੇਸ਼ਨ ਬਣਾਇਆ ਹੋਇਆ ਹੈ, ਠੀਕ ਹੈ। ਇਹ ਸਾਰਾ ਟੇਬਲ ਦੇ ਬਾਰੇ ਤੁਹਾਨੂੰ 3 ਪੁਆਇੰਟਸ ਦਿੱਤੇ ਹੋਏ ਨੇ। ਅੱਗੇ ਨੈਕਸਟ ਡਾਇਗਰਾਮ ਹੈ, ਡਾਇਗਰਾਮ ਦੇ ਵਿੱਚ ਕੀ ਹੈ, ਟੋਟਲ ਐਕਸਪੈਂਡੀਚਰ ਦੀ ਡਾਇਗਰਾਮ ਬਣੀ ਹੋਈ ਹੈ। ਓ ਐਕਸ ਦੇ ਉੱਪਰ ਆਪਾਂ ਟੋਟਲ ਐਕਸਪੈਂਡੀਚਰ ਲੈ ਰਹੇ ਹਾਂ, ਓ ਵਾਈ ਦੇ ਉੱਪਰ ਪ੍ਰਾਈਸ ਲੈ ਰਹੇ ਹਾਂ, ਟੀ ਤੋਂ ਲੈ ਕੇ ਈ ਤੱਕ ਆਪਣੇ ਕੋਲ ਟੋਟਲ ਐਕਸਪੈਂਡੀਚਰ ਕਰਵ ਹੈ। ਦੇਖੋ ਬੀ ਤੋਂ ਲੈ ਕੇ ਸੀ ਤੱਕ ਜੋ ਪੋਰਸ਼ਨ ਆਪਾਂ ਸ਼ੋਅ ਕਰ ਰਹੇ ਹਾਂ, ਇਹਦੇ ਵਿੱਚ ਡਿਮਾਂਡ ਦੇ ਵਿੱਚ ਨੋ ਚੇਂਜ ਸ਼ੋਅ ਹੋ ਰਿਹਾ, ਜਿਹਦੇ ਕਰ ਟੋਟਲ ਐਕਸਪੈਂਡੀਚਰ ਦੇ ਵਿੱਚ ਨੋ ਚੇਂਜ ਸ਼ੋਅ ਹੋ ਰਿਹਾ, ਜਿਹਦੇ ਕਰਕੇ ਇਲਾਸਟਿਕ ਜੋ ਡਿਮਾਂਡ ਹੈ 1 ਦੇ ਇਕੁਅਲ ਹੈ, ਠੀਕ ਹੈ। ਉੱਪਰ ਏ ਤੋਂ ਲੈ ਕੇ ਜੋ ਬੀ ਤੱਕ ਪੋਰਸ਼ਨ ਹੈ ਇਹਦੇ ਵਿੱਚ ਇਨਵਰਸ ਰਿਲੇਸ਼ਨ ਸ਼ੋਅ ਹੋ ਰਿਹਾ ਹੈ। ਅਗਰ ਪ੍ਰਾਈਸ ਇਨਕਰੀਜ਼ ਹੋ ਰਹੀ ਹੈ ਤਾਂ ਟੋਟਲ ਐਕਸਪੈਂਡੀਚਰ ਡਿਕਰੀਜ਼ ਹੋ ਰਿਹਾ ਹੈ, ਅਗਰ ਪ੍ਰਾਈਸ ਡਿਕਰੀਜ਼ ਹੋ ਰਹੀ ਹੈ ਤਾਂ ਟੋਟਲ ਐਕਸਪੈਂਡੀਚਰ ਇਨਕਰੀਜ਼ ਹੋ ਰਿਹਾ ਹੈ, ਜਿਹਦੇ ਕਰਕੇ ਆਪਣੇ ਕੋਲ ਇਲਾਸਟਿਸਿਟੀ ਆਫ ਡਿਮਾਂਡ ਹੈ ਗ੍ਰੇਟਰ ਦੈਨ 1 ਦੇ ਹੈ। ਦੈਨ ਸੀ ਤੋਂ ਲੈ ਕੇ ਜੋ ਡੀ ਤੱਕ ਪੋਰਸ਼ਨ ਬਣਿਆ ਹੋਇਆ ਆਪਣੇ ਕੋਲ, ਉਹ ਆਪਣੇ ਕੋਲ ਇਲਾਸਟਿਸਿਟੀ ਆਫ ਡਿਮਾਂਡ ਲੈਸ ਦੈਨ 1 ਹੈ। ਉਹ ਕਿਵੇਂ ਹੈ, ਕਿਉਂਕਿ ਦੋਨਾਂ ਦੇ ਵਿੱਚ ਸੇਮ ਰਿਲੇਸ਼ਨ ਹੈ। ਅਗਰ ਪ੍ਰਾਈਸ ਆਪਣੇ ਕੋਲ ਘਟ ਰਹੀ ਹੈ ਤਾਂ ਟੋਟਲ ਐਕਸਪੈਂਡੀਚਰ ਵੀ ਘਟ ਰਿਹਾ ਹੈ, ਪ੍ਰਾਈਸ ਵੱਧ ਰਹੀ ਹੈ ਤਾਂ ਟੋਟਲ ਐਕਸਪੈਂਡੀਚਰ ਵੀ ਵੱਧ ਰਿਹਾ ਹੈ, ਜਿਹਦੇ ਕਰਕੇ ਸੇਮ ਡਾਇਰੈਕਸ਼ਨ ਹੋਣ ਕਰਕੇ ਆਪਾਂ ਕੀ ਕਹਿ ਸਕਦੇ ਹਾਂ ਵੀ ਜੋ ਇਲਾਸਟਿਸਿਟੀ ਆਫ ਡਿਮਾਂਡ ਹੈ ਲੈਸ ਦੈਨ 1 ਦੇ। ਨੈਕਸਟ ਆਪਣੇ ਕੋਲ ਆ ਜਾਂਦਾ ਪਰਸੈਂਟੇਜ ਮੈਥਡ, ਸੈਕਿੰਡ ਮੈਥਡ। ਕਹਿੰਦੇ ਸੈਕਿੰਡ ਮੈਥਡ ਆਫ ਮੇਜ਼ਰਿੰਗ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਇਜ਼ ਕਾਲਡ ਪ੍ਰਪੋਰਸ਼ਨੇਟ ਔਰ ਪਰਸੈਂਟੇਜ ਮੈਥਡ।
ਇਹਦੇ ਲਈ ਆਪਣੇ ਕੋਲ ਇੱਕ ਫਾਰਮੂਲਾ ਹੈ। ਫਾਰਮੂਲਾ ਕੀ ਹੈ? ਇਲਾਸਟਿਸਿਟੀ ਆਫ ਡਿਮਾਂਡ ਇਜ਼ ਇਕੁਅਲ ਟੂ ਮਾइनस ਦਾ ਸਾइन ਲਵਾਂਗੇ ਪ੍ਰਪੋਰਸ਼ਨੇਟ ਔਰ परसेंटेज चेंज इन क्वांटिटी डिमांड अपॉन परसेंटेज चेंज इन प्राइस। ओके, सो जो ਆਪਾਂ परसेंटेज चेंज इन क्वांटिटी डिमांड फाइंड आउट ਕਰਦੇ ਆ ਉਹ ਕਿਵੇਂ ਕਰ ਰਹੇ ਆ? चेंज इन क्वांटिटी डिमांड अपॉन इनिशियल डिमांड मल्टीप्लाई 100। बिल्कुल सेम इस दे अपॉन परसेंटेज चेंज इन प्राइस भी ਆਪਾਂ ਕੱਢਾਂਗੇ चेंज इन प्राइस अपॉन इनिशियल प्राइस मल्टीप्लाई 100। ठीक है, जो आप चेंज इन क्वांटिटी डिमांड शो कर रहे हैं Q1 माइनस Q है अपॉन इनिशियल डिमांड है अपने को Q है। चेंज इन प्राइस अपने को P1 माइनस P है अपॉन इनिशियल प्राइस अपने को P है। Q1 माइनस Q ਨੂੰ ਆਪਾਂ चेंज इन Q मतलब डेल्टा Q ਦੇ ਨਾਲ डिनोट कर रहे हैं। ठीक है, अपॉन Q इंटू 100। इस तरह चेंज इन Q चेंज इन प्राइस है अपने को वो आप डेल्टा पी दे नाल डिनोट कर रहे हैं, डेल्टा पी अपॉन पी इंटू 100। सो अपने को फॉर्मूला की हो गया इलास्टिसिटी ऑफ डिमांड का माइनस का साइन लवांगे स्टार्टिंग ते डेल्टा क्यू अपॉन क्यू मल्टीप्लाई पी अपॉन डेल्टा पी। कहने का मतलब माइनस पी अपॉन क्यू मल्टीप्लाई डेल्टा पी अपॉन डेल्टा क्यू। ठीक है जी, अगे थर्ड आ गया अपने को पॉइंट मैथड। पॉइंट मैथड अपन की रैफर कर रहे हैं? पॉइंट मैथड जे अपने को एक ग्राफिक मैथड आ जाता है। पॉइंट मैथड के की है? पॉइंट मैथड अपन जो रैफर कर रहे हैं, देखो अपने को एक डायग्राम बनी हुई है जिहदे आप की शो कर रहे हैं। पॉइंट मैथड जो है अपने को थर्ड मैथड है इसका। ठीक है, इस तो बाद अपने को आर्क मैथड है जो रिवेन्यू मैथड आ जाता है। ठीक है, ये सारे मैथड आप रीड आउट करने हैं। सो पहला अपने को जो पॉइंट मैथड अपन रैफर कर रहे हैं प्राइस इलास्टिसिटी ऑफ डिमांड एट एनी पॉइंट ऑफ डिमांड करो। आप हर एक पॉइंट के उपर आप इसकी प्राइस इलास्टिसिटी ऑफ डिमांड है रैफर करनी है। कहते इलास्टिसिटी कंप्यूटेड एट सिंगल पॉइंट ऑन कर्व फॉर एन इनफाइनेटली स्मॉल चेंज इन प्राइस के स्मॉल चेंज होने नाल अपनी इलास्टिसिटी ऑफ डिमांड है वो चेंज हो जाती है जी आप शो कर रहे हैं। ठीक है, देखो डायग्राम बनी हुई है बिल्कुल सिंपल जी। ठीक है, डायग्राम के आप की शो कर रहे हैं ओ एक्स के उपर क्वांटिटी है, ओ वाई तो प्राइस है। ठीक है, एम तो लैके एन तक अपने को डिमांड कर्व है जिहदे आप ए तो सी के उपर आप इलास्टिसिटी ऑफ डिमांड शो कर सकते हैं। ठीक है, भी प्राइस के भी जिन्ना भी चेंज आ रहा है उन्ना ही क्वांटिटी के चेंज आ रहा है जिहदे अकॉर्डिंग अपने को प्राइस इलास्टिसिटी ऑफ डिमांड शो हो रही है। सो ये लिए अपने को जो अपन मेजर करते हैं अपने को लीनियर डिमांड कर्व होंगी है और नॉन लीनियर होंगी है। जो ये अपने को फस्ट डायग्राम बनी हुई है ये लीनियर डिमांड कर्व दी है। ठीक है, जोड़ा कि कहते आप ए पॉइंट के उपर और बी पॉइंट के उपर आप इसनों शो कर रहे हैं। इसका टोटल इलास्टिसिटी ऑफ डिमांड है ए एन अपॉन ए एम होगा। ठीक है, इलास्टिसिटी ऑफ डिमांड है पी अपॉन क्यू इंटू डेल्टा क्यू अपॉन डेल्टा पी है अपने को। ठीक है, सो आप इस डायग्राम की पूरी मेजरमेंट करने तो बाद भी स्टार्टिंग तो अपने को जो प्राइस है ओ तो लैके पी तक है। ठीक है, ओ तो लैके पी तक है जो अपने को ए क्यू दे इक्वल है। देखो ना तुम डायग्राम के देख सकते हो ओ तो लैके पी तक है जो अपने को इक्वल है ए क्यू दे। इस तरह क्वांटिटी है अपने को ओ तो लैके क्यू तक दी इक्वल है जी अपने को ए पी दे इक्वल है। ठीक है, ये चीज़ तुम पुट कर सकते हो बेटा। फॉर्मूले के पुट करांगे आप जो Q1 है मतलब डेल्टा Q1 है, डेल्टा क्यू है अपने को बी सी दे इक्वल है। हूँ ये सारा कुछ आप फॉर्मूले पुट करता, पी की जगह पर पुट करता जी ए क्यू, क्यू की जगह पर पुट करता ए क्यू ए पी मल्टीप्लाई डेल्टा क्यू की जगह पर पुट करता जी बी सी अपॉन डेल्टा पी की जगह पर पुट करता ए बी। ठीक है, हूँ आप दो ट्रैंगल लै रहे हैं, ट्रैंगल ए बी सी तो ट्रैंगल ए क्यू है इन्होंने सिमिलर ट्रैंगल जिहदे करके अपने को ये सारी साइड्स इक्वल हो जाएंगियां। सारे साइड्स इक्वल होने करके अपने को जो बी सी अपॉन ए बी है ये किहदे इक्वल हो जूगी क्यू एन अपॉन ए क्यू दे। सो ये जगह पर आप पुट कर सकते हैं बी सी की जगह पर, बी सी की जगह पर आप पुट कर देंगे जी क्यू एन, ए बी की जगह पर पुट कर देंगे ए क्यू। ठीक है, ये पुट करने तो बाद अपने को ए क्यू दे नाल ए क्यू कैंसल हो गया, अपने को की रह गया जी क्यू एन अपॉन ए पी। सो अपने को की बन गया है लोअर पोर्शन ऑफ डिमांड कर अपॉन अपर पोर्शन ऑफ डिमांड कर।
मतलब AED इज इक्वल टू AN अपॉन AM, मतलब लोअर पोर्शन ऑफ डिमांड करव अपॉन अपर पोर्शन। ਹੁਣ ਆਪਣੇ ਕੋਲੇ ਜੋ ਡਿਮਾਂਡ ਕਰਵ ਇਹ ਬਣੀ ਹੋਈ ਹੈ ਲੀਨੀਅਰ ਡਿਮਾਂਡ ਕਰਵ ਹੈ, ਜਿਹਦੇ ਵਿੱਚ ਬਿਲਕੁਲ ਵਿਚਕਾਰ ਵਾਲਾ ਜੋ P ਪੁਆਇੰਟ ਹੈ, ਇੱਥੇ ਆਪਣੇ ਕੋਲੇ ਇਲਾਸਟਿਕ ਜੋ ਡਿਮਾਂਡ ਹੈ 1 ਦੇ ਬਰਾਬਰ ਹੈ। ਇਸ ਤੋਂ ਉੱਪਰ ਜੋ A ਪੁਆਇੰਟ ਹੈ ਇੱਥੇ ਗ੍ਰੇਟਰ ਦੈਨ 1 ਹੈ। ਇਸ ਤੋਂ ਉੱਪਰ ਜੋ OY ਦੇ ਬਿਲਕੁਲ ਉੱਪਰ ਬਣਿਆ ਹੋਇਆ ਹੈ M ਪੁਆਇੰਟ, ਜਿੱਥੇ ਆਪਣੇ ਕੋਲ ਇਲਾਸਟਿਕ ਜੋ ਡਿਮਾਂਡ ਹੈ ਇਨਫਿਨਿਟੀ ਹੈ। और P तो नीचे वाला पॉइंट जो B पॉइंट है अपने को इतने अपने को इलास्टिक जो डिमांड है लैस दैन मानते हैं, और उस तो नीचे जो N पॉइंट है उत्थे अपने को इलास्टिक जो डिमांड है 0 के इक्वल है। ठीक है जी। इस तो बाद अपने को नॉन लीनियर डिमांड करव आ गई। नॉन लीनियर केड़ी होगी, कहते वैन डिमांड करव इज़ नॉन लीनियर दैन टू नो दी इलास्टिक जो डिमांड एट एनी पॉइंट लोकेटेड ऑन इट। भी आप किते भी इसनूं लोकेट कर सकते हैं, बट ये की होगा जो डिमांड करव होगी ये टेंजेंट बनी हुई होगी। कहते ये की होगी जो डी डिमांड करव है वो टेंजेंट है, स्पर्श करके जा रही है। कहते टेंजेंट इज़ टू सो ड्रान एज टू टच दिस पॉइंट, एक पॉइंट के उपर टच कर रही है जिस करके इसके दो पार्ट जोड़े बन रहे हैं। ठीक है, ये अपने को P पॉइंट टच कर रही है जिस करके अपने को लोअर पोर्शन अपॉन अपर पोर्शन दो पार्ट बन रहे हैं, PN अपॉन PM बन रहे हैं। ठीक है जी। नैक्सट अपने को फोर्थ पॉइंट आ गया, फोर्थ मैथड आ गया आर्क इलास्टिसिटी। आर्क किस टाइप के नाल होगी, ये आर्क की तरह आप इसनूं डिफाइन करके दसांगे। कहते फार्मूला प्रोपोर्शनेट मैथड फॉर मेजरिंग द इलास्टिसिटी ऑफ डिमांड एट गिवन पॉइंट ऑन डिमांड कर्व इज़ रेलीवेंट इफ देयर इज़ इनफाइनेटली स्मॉल चेंज इन प्राइस ऑफ एंड क्वांटिटी डिमांड। भी प्राइस के थोड़ा चेंज आने नाल जो डिमांड के ज़्यादा चेंज आ जाता है, बट आप इसनूं काहदे किहदी हेल्प दे नाल शो करांगे, आर्क की हेल्प दे नाल। कहते आर्क इलास्टिसिटी इज़ द इलास्टिसिटी एट मिड पॉइंट ऑफ एन आर्क ऑफ डिमांड कर्व। देखो जी तुसीं डायग्राम दे विच देख सकते हो, OX के उपर अपने को क्वांटिटी है, OY ते प्राइस है। प्राइस के विच थोड़ा जिहा चेंज आया है। पहला प्राइस OP है, OP तो ये फॉल होगी, कितनी होगी OP1 होगी, बट डिमांड अपने को OQ तो कितनी होगी OQ1, ज़्यादा चेंज आ गया जिहदे नाल डिमांड करव है अपने को थोड़ी जी गुलाई दे विच बन रही है। और A तो लैके C पॉइंट का जो मिड पॉइंट आऊगा वो अपने को आर्क शो हो रही है, बट ये आर्क आप एक फॉर्मूले दे नाल शो करांगे। फॉर्मूला की है अपने को कहते इलास्टिसिटी ऑफ डिमांड इज़ इक्वल टू चेंज इन क्वांटिटी अपॉन हाफ, क्योंकि आप हाफ कर रहे हैं इन्हां दी जो आर्क कढ़ रहे हैं आप 2 पॉइंट का हाफ कर रहे हैं, जिहदे करके आप की लै रहे हैं अपॉन सम ऑफ क्वांटिटीज़ डिवाइडेड बाय चेंज इन प्राइस अपॉन हाफ सम ऑफ प्राइसिस। ਇਹਦਾ मतलब की है डेल्टा Q अपॉन हाफ सम ऑफ क्वांटिटीज़, मतलब Q1 प्लस Q डिवाइडेड बाय डेल्टा P अपॉन हाफ P1 प्लस P सम ऑफ प्राइस लै रहे हैं आप। ठीक है, ये सारी कैलकुलेशन करने तो बाद अपने को की आ गया जी माइनस Q1 माइनस Q अपॉन Q1 प्लस Q मल्टीप्लाई P1 प्लस P अपॉन P1 माइनस P। ठीक है जी, इस टाइप के नाल आप इसका फॉर्मूला कढ़ सकते हैं। अगे लास्ट आ गया अपने को रिवेन्यू मैथड। रिवेन्यू मैथड के विच की है अपने को कहते जो फिफ्थ मैथड है अपने को रिवेन्यू मैथड। कहते फिफ्थ मैथड ऑफ कैलकुलेटिंग प्राइस इलास्टिसिटी ऑफ डिमांड इज कॉल्ड रिवेन्यू मैथड। सो सेल प्रोसीड दैट फर्म ऑब्टेन्स बाय सैलिंग इट्स प्रोडक्ट इज़ कॉल्ड रिवेन्यू। कहते अपना जिन्ना भी सेल करते हैं तो जिन्नी भी इनकम हो रही है आप उसनूं रिवेन्यू बोलते हैं। अगे इन्होंने एग्जाम्पल दे रखी है तुहानूं भी अगर सपोज कर लो 10 मीटर क्लोज है जिन्होंने तुसीं 500 रुपीज़ दे विच सेल कर रहे हो, जिहड़ी तुहाडी टोटल रिवेन्यू होगी। हुण टोटल रिवेन्यू आप नंबर ऑफ यूनिट्स के नाल डिवाइड कर देंगे तो आप एवरेज रिवेन्यू कढ़ सकते हैं। ठीक है, अगर उस तो बाद अगर एडिशन मेड ऑफ टोटल रिवेन्यू बाय सेल ऑफ 1 मोर यूनिट ऑफ कमोडिटी इज़ कॉल्ड मार्जिनल। ठीक है, एडिशन के नाल आप मार्जिनल कढ़ सकते हैं। बट अपने को लास्ट के की है कहते प्राइस इलास्टिसिटी डिमांड इज़ आल्सो मेजर्ड विद द हेल्प ऑफ द एवरेज एंड मार्जिनल रिवेन्यू। की फॉर्मूला है ED इलास्टिसिटी ऑफ डिमांड इज़ इक्वल टू A अपॉन A माइनस M। ए का मतलब एवरेज रिवेन्यू अपॉन एवरेज रिवेन्यू माइनस मार्जिनल रिवेन्यू। ठीक है जी, ये चीज़ आप प्रूफ करके दिखानी है डायग्राम और फॉर्मूले के नाल। देखो डायग्राम अपने को बनी हुई है, OX के उपर आप क्वांटिटी ले ली, OY के उपर आप रिवेन्यू ले ली। ठीक है,
और जो अपने को फस्ट ए तो लैके बी तक लाइन बनी हुई है अपने को ए आर करव है, और ए तो लैके एन तक लाइन बनी हुई है अपने को एम आर करव है। ठीक है, सो सब तो पहला आप की कह सकते हैं भी अपने को जो पॉइंट पी लै रहे हैं, ठीक है, इत्थे आप की लै रहे हैं जो आप मिड पॉइंट लै रहे हैं पी, कहते डिमांड करव आप शो कर रहे हैं इत्थे इलास्टिक जो डिमांड कैलकुलेट कर रहे हैं। सो ई डी इज इक्वल टू लोअर पोर्शन अपॉन अपर पोर्शन करांगे। सो मतलब पी बी अपॉन पी ए, पी बी अपॉन पी ए है जिहदे लिए आप दो अगे ट्रैंगल लवांगे। किहड़े ट्रैंगल्स ने? ट्रैंगल पी एम बी और ट्रैंगल ए ई पी, ये दो ट्रैंगल लैने अपने। ठीक है, दो ट्रैंगल की आप जो शो कर सकते हैं भी सारी साइड्स इक्वल हो गया अगर आप इन्होंने सिमिलर कर लिया। सो पी बी अपॉन पी ए अपने को किहदे इक्वल आ जाऊगा? पी एम अपॉन ए ई। ठीक है, अगे नैक्सट आप टू ट्रैंगल्स होर लै लांगे ए ई टी और एल पी टी, ये दो ट्रैंगल ले लिया जिहदे सारी साइड्स इक्वल हो गई। ठीक है, जिहदे करके आप पी एम अपॉन पी एल जिहड़ा पुट कर सकते हैं। पी एल आप किहदी जगह ते पुट किया? ए ई दी जगह ते। ठीक है जी, जो जिहड़ा पी एल है, पी एल अपने को की हो सकता है? पी एम माइनस एल एम। ठीक है जी, अपने को इलास्टिक जो डिमांड की इक्वल आ गई पी एम अपॉन पी एम माइनस एल एम। सो पी एम अपने को की है? पी एम अपने को राजे ए आर के उपर बनया है, देखो ध्यान नाल, और जो एल एम है वो अपने को एम आर के उपर बनया हुआ है। यदा मतलब आप इहदी जगह ते की पुट कर सकते हैं? ए आर अपॉन ए आर माइनस एम आर। इट मीनस ए अपॉन ए माइनस एम जो आप प्रूव कर चुके हैं। यदा मतलब इलास्टिक जो डिमांड है ए अपॉन ए माइनस एम है। ठीक है जी, सो ये अपने जो ऑल मैथड्स ने वो कंप्लीट हो गए। ठीक है बेटा, इतों तक तुसी रीड कर लियो। ओके जी।